ਦਾ ਦੌਲਤਾ ਦਾਈ ਦੇ ਅੰਦਰ ਬੜੇ ਚਾਅ ਸੀ ਕਿ ਮੈਂ ਆਹ ਲੈ ਕੇ ਜਾਵਾਂਗੀ, ਮੈਂ ਪਦਾਰਥ ਲੈ ਕੇ ਜਾਵਾਂਗੀ, ਮੈਂ ਅਨਾਜ ਲੈ ਕੇ ਜਾਵਾਂਗੀ। ਪਰ ਜਿਉਂ ਹੀ ਦਰਸ਼ਨ ਕੀਤੇ ਤੇ ਸਭ ਕੁਝ ਏਦਾਂ ਲੱਗਿਆ ਜਿਵੇਂ ਝੋਲੀਆਂ ਭਰ ਗਈਆਂ ਹੋਣ। ਆ ਕੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਸਿਰਫ ਇਹੀ ਕਿਹਾ, ਵਧਾਈਆਂ ਜੀ ਤੁਹਾਨੂੰ, ਮੈਨੂੰ ਕਾਸੇ ਦੀ ਲੋੜ ਨਹੀਂ, ਜੋ ਮੈਨੂੰ ਚਾਹੀਦਾ ਸੀ ਉਹ ਮਿਲ ਗਿਆ। ਸ਼ਾਇਦ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾ ਤਾਂ ਹੀ ਰੱਖਿਆ ਕਿ ਮੈਂ ਅੱਜ ਮੈਨੂੰ ਉਹ ਦੌਲਤ ਮਿਲ ਗਈ ਹੈ ਜੋ ਦੁਨਿਆਵੀ ਪਦਾਰਥਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਥੋੜੇ ਜਿਹੇ ਵੱਡੇ ਹੁੰਦੇ ਆ, ਜਦੋਂ ਖੇਡਦੇ ਆ ਤੇ ਬੇਬੇ ਨਾਨਕੀ ਬੜੇ ਪਿਆਰ ਨਾਲ ਖਿਡਾਉਂਦੀ ਹੈ ਤੇ ਬੜੇ ਪਿਆਰ ਨਾਲ ਪਾਲਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਬੇ ਨਾਨਕੀ ਨੇ। ਤੇ ਸਾਧ ਸੰਗਤ ਜੀ, ਉਸ ਤੋਂ ਬਾਅਦ ਹਰ ਇੱਕ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਕਿਸੇ ਸਕੂਲ ਵਿੱਚ ਚੰਗੀ ਵਿੱਦਿਆ ਪ੍ਰਾਪਤ ਕਰੇ, ਕਿਸੇ ਉੱਚੇ ਅਹੁਦੇ ਨੂੰ ਪ੍ਰਾਪਤ ਕਰੇ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਲਯੁਗ ਦੇ ਅਵਤਾਰ ਦੁਨੀਆ ਨੂੰ ਤਾਰਨ ਵਾਸਤੇ ਆਏ ਸੀ। ਕਲ ਧਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸਿੱਖ ਜਗਤ ਦੇ ਅੰਦਰ ਵੇਖਿਆ ਹੋਣਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਕਦੇ ਨਹੀਂ ਮਨਾਇਆ ਜਾਂਦਾ, ਕਿਉਂਕਿ ਰੱਬ ਵੱਲੋਂ ਹੀ, ਪਰਮਾਤਮਾ ਵੱਲੋਂ ਗੁਰਤਾ ਗੱਦੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੀ ਤੇ ਦੁਨੀਆ ਨੂੰ ਤਾਰਨ ਵਾਸਤੇ ਆਏ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਕਦੇ ਸਿੱਖ ਨਾ ਮਨਾਉਂਦੇ ਆ ਨਾ ਮਨਾਉਣਗੇ। ਇੱਕ ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਦਿਵਸ, ਕਿਉਂਕਿ ਅਸੀਂ ਜੁਗੋ ਜੁਗ ਅਟਲ ਚਬਰ ਤਖਤ ਛਤਰ ਜੀ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ। ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਥੋੜੇ ਜਿਹੇ ਵੱਡੇ ਹੁੰਦੇ ਆ, ਦਗਦਗ ਕਰਦਾ ਚਿਹਰਾ, ਬੜਾ ਸੁੰਦਰ ਸਰੀਰ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਕਿਉਂਕਿ ਇੱਕ ਅਵਤਾਰੀ ਜੋਤ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਸੋਚਿਆ ਵੀ ਕਿਉਂ ਨਾ ਪੜਨ ਪਾਇਆ ਜਾਏ। ਪੰਡਤ ਗੋਪਾਲ ਦਾਸ ਕੋਲ ਬੜੇ ਪਿਆਰ ਨਾਲ ਮਹਿਤਾ ਕਲਿਆਣ ਦਾਸ ਜੀ ਛੱਡ ਕੇ ਆਉਂਦੇ। ਪਾਂਦੇ ਗੋਪਾਲ ਦਾਸ ਕੋਲ ਇਹ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਿੱਦਿਆ ਪ੍ਰਾਪਤ ਕੀਤੀ। ਤਕਰੀਬਨ 7 ਸਾਲ ਤੋਂ ਲੈ ਕੇ 13 ਸਾਲ ਤੱਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਦਿਆ ਪੜ੍ਹੀ। ਪਹਿਲਾਂ ਗੋਪਾਲ ਦਾਸ ਪਾਂਦੇ ਕੋਲ ਹਿੰਦੀ ਪੜ੍ਹੀ, ਉਸ ਤੋਂ ਬਾਅਦ ਕੁਤਬਦੀਨ ਮੁੱਲਾ ਕੁਤਬਦੀਨ ਉਹਨਾਂ ਕੋਲ ਫਿਰ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਿਆ ਗਿਆ। ਤੇ ਫਿਰ ਪੰਡਤ ਬਿਰਜ ਲਾਲ ਜੀ ਉਹਨਾਂ ਕੋਲ ਫਾਰਸੀ ਪੜ੍ਹਨ ਵਾਸਤੇ ਗਏ ਤੇ ਸੰਸਕ੍ਰਿਤ ਪੜ੍ਹੀ ਪੰਡਤ ਬਿਰਜ ਲਾਲ ਜੀ ਕੋਲ, ਮੁੱਲਾ ਕੁਤਬਦੀਨ ਕੋਲ ਫਾਰਸੀ ਪੜ੍ਹੀ। ਤੇ ਤਕਰੀਬਨ 7 ਸਾਲ ਤੋਂ ਲੈ ਕੇ 13 ਸਾਲ ਤੱਕ ਇਹ ਨਹੀਂ ਵੀ ਪੜ੍ਹੇ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਪੜ੍ਹਦੇ ਰਹੇ। ਪਰ ਉਹਨਾਂ ਕੋਲ ਜੋ ਰੂਹਾਨੀਅਤ ਸੀ ਜਿਹੜੀ ਉਹਨਾਂ ਕੋਲ, ਉਹਨੂੰ ਵੇਖ ਕੇ ਉਹ ਹੈਰਾਨ ਹੁੰਦੇ ਸੀ ਕਿ ਜਿਹੜੀ ਇਹਨਾਂ ਕੋਲ ਵਿਦਿਆ ਹੈ ਉਹ ਉਹਨਾਂ ਨੇ ਕਦੇ ਨਹੀਂ ਸੁਣੀ ਸੀ। ਤੇ ਜਦੋਂ ਬੜੇ ਪ੍ਰੇਮ ਨਾਲ ਪਾਂਦਾ ਗੋਪਾਲ ਦਾਸ ਜੀ ਪੜ੍ਹਾਉਂਦੇ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹਿਸਾਬ ਕਿਤਾਬ ਸਿਖਾਉਂਦੇ ਉਹ ਹੁਣ ਦੁਨਿਆਵੀ, ਤੇ ਪਾਂਦਾ ਗੁਰੂ ਜੀ ਨੂੰ ਆਪਣੇ ਹਾਕਮ ਰਾਏ ਬੁਲਾਰ ਦੇ ਪਟਵਾਰੀ ਕਾਲੂ ਚੰਦ ਜੀ ਦਾ ਪੁੱਤਰ ਸਮਝ ਕੇ
बड़े उत्साह ते प्रेम नाल पढ़ाउंदे। थोड़े दिनां दी पढ़ाई उपरंत ही पांधा गोपाल दास जी उन्हां दी याद शक्ति नूं वेख के बड़ी शलांघा करदे कि बड़ा होनहार बालक है। पर वो जदों गल्लां करदे ना परमात्मा दियां रब दियां गल्लां करदे, क्योंकि दुनियावी विद्या उन्हां नूं बड़ी छेती आ जांदी सी। संसार नूं तां वो तारन वास्ते आए सी ते दुनियावी विद्या उन्हां नूं बड़ी छेती प्राप्त हो जांदी। हैरान हो जांदे पांधा गोपाल दास जी, बड़ी शलांघा करदे अते मेहता कल्याण दास जी पास बड़ी उपमा करदा। ये बालक बड़ा सियाणा है ते बड़ा होनहार है। पांधा गोपाल दास जी ये कहंदे। एक दिन ना फिर गुरु जी ने पांधा गोपाल दास जी नूं कहंदे आ, गुरु नानक देव जी महाराज कि तुसी जेड़ा सानू पढ़ा रहे हो ये तो एक बंधन रूप लेखा है। बंधन रूप लेखा होना असी नहीं पढ़ना, जिन्ना चिर पढ़े मैनू तुसी ओ लेखा पढ़ाओ जेड़ा अंत नूं जमां दे बंधनां तो छुड़ा देवे। आखो सतनाम। जेड़ा जमां दे बंधनां तो छुड़ा देवे। पांधे ने कहा भला ओ लेखा केड़ा है? ते गुरु नानक देव महाराज सच्चे पातशाह जी दा पावन शब्द आपां गुरबाणी विच भी पढ़दे हैं। श्री राग दे विच गुरु नानक देव महाराज सच्चे पातशाह जी फरमान करदे हैं। श्री राग महला पहला, जाल मोह कस मस कर मत कागद करसार। कहंदे माया दा मोह साड़ के ओनू घसा के स्याही बना ते अपनी अकल नू सोना कागज बना। इहो जिहियां गल्लां करदे गुरु नानक देव महाराज जी। ते पांधा ना मुख वल वेखदा रहा करे गुरु नानक देव महाराज जी दे। भाओ कलम कर चित लिखारी गुर पुछ लिख विचार। प्रेम नू कलम ते मन नू लिखारी बना। भाओ कलम कर चित लिखारी गुर पुछ लिख विचार। ते परमात्मा दे गुणां दी विचार करनी लिख। गुरु दी सिक्ख्या लैके लिख नाम सलाह लिख लिख अंत न पारावार। जदों क्या कि परमात्मा दा नाम लिख, परमात्मा दी सिफत सलाह लिख। ये लिख के प्रभु दे गुणां दा अंत नहीं पै सकदा, ओदा उरला परला बन्ना नहीं लभ्या जा सकदा। बाबा एहो लेखा लिख जान। हे भाई ये लेखा लिखण दी जांच सिख। इदां गल्लां करदे। पहलां पढ़दे रहे, बड़े प्यार नाल पढ़िया। गुरु नानक देव महाराज सच्चे पातशाह जी ने हिंदी पढ़ी, हिसाब किताब पढ़िया। पर जदों रब दी परमात्मा दी गल करदे सी, बाबा एहो लेखा लिख जान। जिथे लेखा मंगी है तिथे होए सच्चा निशान। कहंदे सतगुरु गुरु नानक देव महाराज जी दे विचार सुन के ये समझ के पांधे ने कहा कि जो तुहाडे विचार हन वो तां बिल्कुल ठीक हन, पर जिहड़े नाम जपण वाले हन उन्हां नूं भी गरीबी दशा विच वेख्या जांदा है ते फिर मरना भी सब दा इकसार हुंदा है। पांधे नाल गलबात हुंदी है गुरु नानक देव महाराज जी। इन्हां गल्लां नूं वेख के मेरे मन विच नाम सिमरन दी जिहड़ी विशेष महत्ता है, पांधे दे इन्हां विचारां दा उत्तर गुरु जी ने शब्द दे दूसरे पद द्वारा फिर उच्चारण किया कि मरना तो सब लई इकसार हुंदा है। इस करके नाम सिमरन दी विशेषता कहंदे आ महत्ता मेरे मन विच नहीं है। पांधा जी कहंदे इन्हां विचारां दा उत्तर फिर गुरु साहब जी ने फिर दिता। जिथे मिलै वडियाइयां सद खुशियां सद चाओ,
ਤਿਨ ਮੁਖ ਟਿਕੇ ਨਿਕਲੈ, ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਬਹੁ ਦਵਾਓ। ਪਾਂਦਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆ, ਗਿਆਨੀ ਤੇ ਅਗਿਆਨੀ ਦੇ ਮਰਨ ਵਿੱਚ ਭੇਦ ਹੈ। ਜਿਵੇਂ ਕਿ ਅਗਿਆਨੀ ਪੁਰਸ਼ ਅੰਤ ਨੂੰ ਸ਼ੋਗ ਅਤੇ ਚਿੰਤਾ ਨਾਲ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਲੈ ਕੇ ਮਰਦੇ ਹਨ, ਪਰ ਨਾਮ ਜਪਣ ਵਾਲੇ ਗਿਆਨੀ ਲੋਕ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ, ਜੋ ਜਮਾਂ ਤੋਂ ਨਿਰਭੈ ਹੋ ਕੇ ਆਪਣਾ ਸਰੀਰ ਤਿਆਗਦੇ ਹਨ। ਫਿਰ ਪਾਂਦਾ ਜੀ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਜਿਹੜੇ ਪੁਰਸ਼ ਸਾਰੀ ਉਮਰ ਰੰਗ ਤਮਾਸ਼ਿਆਂ ਵਿੱਚ ਬਤੀਤ ਕਰਦੇ ਹਨ, ਕਦੇ ਨਾਮ ਸਿਮਰਨ ਨਹੀਂ ਕਰਦੇ, ਉਹਨਾਂ ਦਾ ਅੰਤ ਨੂੰ ਕੀ ਹਾਲ ਹੁੰਦਾ ਹੈ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ, ਇਕ ਆਵੈ ਇਕ ਜਾਹੇ ਉਠ, ਰਖੀਐ ਨਾਮ ਸਲਾਰ। ਇਕ ਅਪਾਏ ਮੰਗਤੇ, ਇਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਬਿਨ ਨਾਵੈ ਬੇਕਾਰ। ਤਦ ਫਿਰ ਗੋਪਾਲ ਦਾਸ ਜੀ ਫੇਰ ਆਖਣ ਲੱਗੇ, ਮਹਾਰਾਜ ਜਿਹੜੇ ਪੁਰਸ਼ ਕਦੀ ਭੁੱਲ ਕੇ ਵੀ ਨਾਮ ਨਹੀਂ ਜਪਦੇ, ਉਹਨਾਂ ਨੂੰ ਮਾਲਕ ਪਰਮਾਤਮਾ ਡਰ ਕਿਉਂ ਨਹੀਂ ਦਿੰਦਾ ਕਿ ਉਹ ਨਾਮ ਜਪਣ? ਫਿਰ ਮਹਾਰਾਜ ਕਹਿੰਦੇ ਆ, ਭੈ ਤੇਰਾ ਡਰ ਅਗਲਾ, ਖਪ ਖਪ ਸਿਜੈ ਦੇ। ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇ। ਨਾਨਕ ਉੱਠੀ ਚੱਲਿਆ, ਸਭ ਕੂੜੈ ਟੁੱਟੈ ਨੇ। ਸਤਿਗੁਰੂ ਜੀ ਦੇ ਬਚਨ ਸੁਣੇ ਤੇ ਪਾਂਦੇ ਨੇ ਹੱਥ ਜੋੜ ਲਏ ਤੇ ਖਿਮਾ ਮੰਗੀ। ਪੜਨ ਆਉਂਦੇ ਰਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਵਿਦਿਆ ਪ੍ਰਾਪਤ ਕੀਤੀ, ਪਰ ਜਦੋਂ ਬਚਨ ਸੁਣੇ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਤੇ ਖਿਮਾ ਮੰਗੀ। ਅਣਜਾਣਪਣੇ ਵਿੱਚ ਕੋਈ ਅਯੋਗ ਗੱਲ ਉਸ ਪਾਸੋਂ ਹੋ ਗਈ ਹੋਵੇ ਤਾਂ ਉਹਨਾਂ ਨੂੰ ਬਖਸ਼ ਦੇਣ। ਕਹਿੰਦੇ ਫੜ ਕੇ ਨਾ ਉਂਗਲ ਗੁਰੂ ਨਾਨਕ ਦੇਵ ਮਹਾਰਾਜ ਜੀ ਘਰ ਛੱਡ ਆਏ। ਇਹ ਸੰਸਾਰੀ ਵਿਦਿਆ ਇਹਨਾਂ ਲਈ ਕੁਛ ਵੀ ਮਾਇਨੇ ਨਹੀਂ ਰੱਖਦੀ, ਇਹਨਾਂ ਨੂੰ ਪਰਮਾਤਮਾ ਦਾ, ਰੱਬ ਦਾ ਬਹੁਤ ਗਿਆਨ ਹੈ। ਤੇਰਾ ਬਾਲਕ ਕੋਈ ਆਮ ਬੱਚਾ ਨਹੀਂ। ਉੱਥੋਂ ਆ ਗਏ। ਹੁਣ ਮਹਿਤਾ ਕਲਿਆਣ ਦਾਸ ਜੀ ਸੋਚਦੇ ਸੀ ਵੀ ਸ਼ਾਇਦ ਮੇਰਾ ਬੱਚਾ ਪੜ੍ਹਨ ਦੇ ਯੋਗ ਨਹੀਂ ਹੈ, ਕਿਉਂਕਿ ਇੱਕ ਤਾਂ ਬੇਬੇ ਨਾਨਕੀ ਜੀ ਨੂੰ ਪਤਾ ਸੀ ਕਿ ਮੇਰਾ ਵੀਰ ਕੋਈ ਆਮ ਬੱਚਾ ਨਹੀਂ ਹੈ, ਆਮ ਬਾਲਕ ਨਹੀਂ ਹੈ, ਆਮ ਲੜਕਾ ਨਹੀਂ ਹੈ। ਰਾਏ ਬੁਲਾਰ ਨੂੰ ਵੀ ਇਹ ਪਤਾ ਲੱਗ ਗਿਆ ਸੀ ਕਿ ਇਹ ਕੋਈ ਆਮ ਨਹੀਂ ਹੈ। ਕਈ ਵਾਰੀ ਕਹਿੰਦੇ ਹੁੰਦੇ ਸੀ ਮਹਿਤਾ ਕਲਿਆਣ ਦਾਸ ਜੀ ਨੂੰ, ਤੁਸੀਂ ਕੌੜੇ ਬੋਲ ਨਾ ਬੋਲਿਆ ਕਰੋ ਆਪਣੇ ਨਾਨਕ ਨੂੰ, ਇਹ ਕੋਈ ਆਮ ਨਹੀਂ ਹੈ। ਥੋੜੇ ਸਮੇਂ ਬਾਅਦ ਫਿਰ ਮੁੱਲਾਂ ਪਾਸ ਪੜਨ ਭੇਜੇ। ਪਾਂਦੇ ਗੋਪਾਲ ਦਾਸ ਪਾਸੋਂ ਲੇਖੇ ਪਤੇ ਦੀ ਪੜ੍ਹਾਈ ਬੰਦ ਕਰਕੇ ਜਦੋਂ ਗੁਰੂ ਜੀ ਨੂੰ ਕੁਝ ਸਮਾਂ ਬੀਤਿਆ ਤਾਂ ਮਹਿਤਾ ਕਲਿਆਣ ਦਾਸ ਜੀ ਆਪ ਜੀ ਨੂੰ ਫਾਰਸੀ ਪੜ੍ਹਨ ਵਾਸਤੇ ਮੁੱਲਾ ਕੁਤਬਦੀਨ ਪਾਸ ਲੈ ਗਏ ਤੇ ਕੁਝ ਨਕਤੀ ਭੇਟਾ ਲੈ ਕੇ ਆਖਿਆ ਕਿ ਇਹਨੂੰ ਪਿਆਰ ਨਾਲ ਪੜਾਉਣਾ ਹੈ, ਕਿਉਂਕਿ ਉਹਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਇਹ ਪੜ੍ਹਦੇ ਨਹੀਂ ਹਨ। ਇਹ ਕੁਝ ਪਿਆਰ ਨਾਲ ਹੀ ਪੜ੍ਹਦਾ ਹੈ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਇਹ ਮੇਰਾ ਨਾਨਕ ਕੁਝ ਪਿਆਰ ਨਾਲ ਹੀ ਪੜ੍ਹਦਾ ਹੈ। ਜਿਸ ਤਰ੍ਹਾਂ ਕੁਝ ਸਮਾਂ ਮੁੱਲਾਂ ਪਾਸ ਪੜ੍ਹਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਗੁਰੂ ਜੀ ਪਿੰਡ ਤੋਂ ਬਾਹਰ ਇੱਕ ਬ੍ਰਿਸ਼ ਹੇਠਾਂ ਚਾਦਰ ਤਾਣ ਕੇ ਚੁੱਪਚਾਪ ਲੰਮੇ ਪੈ ਗਏ। ਕਦੇ ਬੈਠ ਜਾਂਦੇ ਸੀ ਜਿਵੇਂ ਸ੍ਰਿਸ਼ਟੀ ਬਾਰੇ ਸੋਚ ਰਹੇ ਹਨ, ਕਿਉਂਕਿ ਪਤਾ ਨਹੀਂ ਕਿੰਨਿਆਂ ਨੂੰ ਪਹਾੜਾਂ ਦੀਆਂ ਕੰਧਰਾਂ ਤੇ ਜਾ ਕੇ ਕਿੰਨੇ ਜੋਗੀਆਂ ਨੂੰ, ਕਿੰਨੇ ਸਿੱਧਾਂ ਨੂੰ, ਕਿੰਨੇ ਵਕਾਰੀਆਂ ਨੂੰ, ਕਿੰਨੇ ਪਾਪੀਆਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਰ ਦਿੱਤਾ ਸੀ। ਆਖੋ ਸਤਿਨਾਮ। ਰੋਜ਼ ਬੈਠ ਜਾ ਕਰਨ ਜਾ ਕੇ। ਇਸ ਉਪਰੰਤ ਰੋਜ਼ ਹੀ ਇਸ ਤਰ੍ਹਾਂ ਗੁਰੂ ਜੀ ਕਰਨ ਲੱਗੇ ਤਾਂ ਮਹਿਤਾ ਕਲਿਆਣ ਦਾਸ ਜੀ ਨੇ ਸਮਝ ਕੇ ਕਿ ਇਹਨੂੰ ਤਾਂ ਸ਼ਾਇਦ ਕੋਈ ਕਿਸੇ ਭੂਤ ਪ੍ਰੇਤ ਦੀ ਛਾਇਆ ਹੈ,
शायद बीमार ना रहिंदे होण, क्योंकि पता नहीं सी भी ये ते रब दा रूप परमात्मा दी भगती विच लीन हन। मुल्ला नूं कहा कि नानक नूं चल के वेखो, उहनूं कोई छाया पै गई है। तद मुल्ला ने गुरु जी पास बैठ के दुआ कीती, हे नेक बालक, तेरे उत्ते परबतगार दी मेहर होवे। तू मैनूं दस के तेरे इस तरह चुप रहण दा कारण की है। खुदा दे वास्ते अपनी अंदरली गल दसो। तद गुरु जी उठ के बैठ गए अते बचन तिलंग राग दे विच उचारण करते हैं गुरु नानक देव जी महाराज सच्चे पातशाह। दुनिया मुकामे फानी, तहकीक दिल दानी, मौसर मुए अजरैल गिरफ्त दिल हेच नादानी। हे मुल्ला जी, मैनू ये दुनिया नाशवंत जान के सदा मौत का डर लगा रहिंदा है, इस करके मेरी ये दशा है। मुल्ला ने कहा, अजे तो आप बच्चे हो, आप मौत की गल कर रहे हो, तुहानू ये गल्लां नहीं सोचनियां चाहिदियां। जवान होके इस्त्री पुत्रां दे सुख भोगो ते दुनिया दे रंग माणो। हुण आपां यही सोचदे हां भी बस दुनिया दे आनंद लईए। पता नहीं कि दृष्टमान सब बिनसी है, क्या लगा गवारे तां बिनसनहार है। गुरु जी ने कहा, मुल्ला जी, मौत का कुछ पता नहीं किस समय आ जावे, इस वास्ते मन नूं विकारां वल्लों मोड़ के परमेश्वर अगे सदा बेनती करते रहना चाहिए है। यक अर्ज गुफ्तम पेश तो दरगोश कुन करतार, हक्का कबीर करीम तू बेऐब परवदगार। हे परमात्मा, तेरे पास मेरी एक अरदास है, कन करके सुनो। यक अर्ज गुफ्तम पेश तो दरगोश कुन करतार, हक्का कबीर करीम तू बेऐब परवदगार। हे परमात्मा, मेरी ये अरदास सुन। फिर मुल्ला जी ने कहा, तुहाडी ये गल सच्ची है कि मन नूं सदा प्रभु सिमरन विच लाई रखना चाहिए है। हुण विद्या ते प्राप्त कीती, विद्या ते पढ़ी, पर जदों आ गल्लां सुनियां ना तां मुल्ला कुतुबुद्दीन भी वेखदा रह गया। पर फिर क्योंकि तुहाडे माता पिता ते संबंधी तुहाडी इस दशा ते बड़े दलगीर हन, तुसी उठ के इन्हां नाल घर जाओ, हस खेड़ के घर दा कार विहार करके सब नूं प्रसन्न रखो। गुरु नानक देव महाराज कहंदे, नहीं, जन पिसर पादर विरंदरा कसनेस दस्तंगीर, आखिर व्यप्तंग कसना दार चू सब तकवीर। इन्हां चों कोई भी साथ देण वाला नहीं है। अंत समय सारे भैन भरा मां पिता ਇੱਥੇ रह जाते हैं। किसी भी स्त्री पुत्र संबंधी अंत नूं बाह नहीं फड़नी। मुल्ला जी कहते इस करके इन्हां वास्ते परमात्मा नूं नहीं विसारना चाहिए। मुल्ला जी, कोई भी साथ देण वाला नहीं, किसी ने बाह नहीं फड़नी। ये गल सुन के मुल्ला गुरु जी नूं बहुत सलाउण लगे, शलांघा कीती। आप इस छोटी अवस्था विच ही परमेश्वर के रंग विच रंगे गए हों। तद गुरु जी ने शब्द का तीसरा पद उचारण किया, सब रोज गस्त अंदर हवा, करदेम बदी ख्याल, गाहे नानेकी कार करदं मामी चिनी अहवाल। पुरुष रात दिने बुरे बकारां विच भौंदा रहिंदा है, एक नेकी का कदे ख्याल ही नहीं किया। मुल्ला ने कहा, महाराज, तुहाडी जिन्हां दा मन सदा ही प्रभु दे रंग विच रंगिया रहिंदा है, बराबरी होर कोई नहीं कर सकता। तो गुरु जी ने कहा, बदबख्त हम चो बखील गाफल, बेंजर बेवाक नानक भोग जन तुरां तेरे चाकरां पा खाक। मैं मंद भागी ईरखवादी भुलड़ हां, जो परमेश्वर वालों निरभै ते नेकी बदी दा ख्याल नहीं करता। मैं उस प्रभु दा दास हां ते दासां दी चरण धूड़ी चाहुंदा हां। गुरु जी दे उपदेश में वचन सुन के मुल्ला ने गुरु जी नूं नमस्कार कीती अते वध घट बोलण दी खिमा। पांदा जी कोलों आए
फिर मुल्ला कुतुबुद्दीन जी उन्हां कोलों भी आए, विद्या पढ़ी ते उन्हां ने भी उपदेश लिया। भाव कि सतगुरु सच्चे पातशाह ਇਹ नहीं भी पढ़े नहीं सन, पढ़े सही, पर वो किहड़ी गल कहंदे सी भी इन्हां नूं की पढ़ाईए ते धुर तो पढ़े आए आ। वो सी रब दी परमेश्वर दी बंदगी दी गल। जदों बाणी उचारदे सी, तीसरी बार फिर पढ़न भेजिया, संस्कृत पढ़न वास्ते पंडित बिरज लाल जी उन्हां कोल गए। पाठशाला विच संस्कृत विद्या पढ़न वास्ते बिठा दिता। कुछ दिनों उपरंत पंडित नूं भी गुरु जी ने ओंकार दे अर्थ करके सुनाए, तां वो हैरान रह गया। ते पंडित जी ने मेहता कल्याण दास जी नूं कहा, मेहता जी ये तुहाडा बच्चा किसे दे पढ़ाउण योग नहीं, इहनूं इन्ना क ज्ञान है कि तेरा नानक तत्तरों ही पढ़िया आया है, ये सब नूं आप पढ़ाउण वाला है। ते सतगुरु जी इत्थों पढ़ाई छड्ड के ते अखां बंद करके उदासीन हो गए ते अपनी भगती बंदगी विच लीन हो गए।